बिस्मिल्लाहिर्रहमानिर्रहीम, अस्सलाम वालेकुम रहमतुल्लाहि व बरकातुहू। मैं ज़ुबैर ख़ान हूँ और आप मेरा वीलॉग देख रहे हैं। दोनों टूटे बाजू आज के प्रोग्राम का मौजू है। बीबीसी पर प्रोग्राम पेश करने वाले दोस्त ने सादा और समझ में आने वाली पंजाबी में पाकिस्तान के अदालती निज़ाम का जो नक्शा पेश किया है वो सुनने के लायक है, तो सुनिए और एंजॉय कीजिए। ਅੱਲਾ ਨਾ ਕਰੇ, ਲੇਕਿਨ ਫਰਜ਼ ਕਰੋ ਤੁਹਾਡੇ ਕੋਲੋਂ ਕੋਈ ਬੰਦਾ ਕਤਲ ਹੋ ਜਾਏ ਜਾਂ ਤੁਹਾਡਾ ਕੋਈ ਦੁਸ਼ਮਣ ਤੁਹਾਡੇ ਤੇ ਕਤਲ ਦਾ ਝੂਠਾ ਪਰਚਾ ਕਰਾ ਦੇ। ਹੁਣ ਤੁਸੀਂ ਬਚੋਗੇ ਜਾਂ ਫਾਹੇ ਲੱਗੋਗੇ, ਇਹਦਾ ਫੈਸਲਾ ਕੋਈ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਜੱਜ ਹੀ ਕਰੇਗਾ। ਕਿਹੜਾ ਘਰ ਜਾਏਗਾ, ਕਿਹੜਾ ਕਾਲ ਕੋਠੜੀ, ਇਹ ਸਾਡਾ ਸਾਰਾ ਇਖਤਿਆਰ ਸਾਡੇ ਜੱਜਾਂ ਕੋਲ ਹੈ। ਭੁੱਟੋ ਦੀ ਫਾਂਸੀ ਵਾਲੇ ਕੇਸ ਕੋਈ 40 ਵਰੇ ਬਾਅਦ ਸੁਪਰੀਮ ਕੋਰਟ ਨੇ ਆਖਰ ਮੰਨਿਆ ਕਿ ਵੀ ਅਸੀਂ ਕਦੀ-ਕਦੀ ਗਲਤ ਬੰਦਾ ਵੀ ਫਾਹੇ ਲਾ ਦਿੰਦੇ। ਵੱਡੇ ਜੱਜਾਂ ਨੂੰ ਮਾਈ ਲਾਰਡ ਆਖਦੇ ਨੇ, ਤੇ ਮੇਰਾ ਖਿਆਲ ਇਸ ਲਈ ਆਖਦੇ ਨੇ ਕਿ ਵੀ ਉਹਨਾਂ ਦੀ ਇੱਜ਼ਤ ਹੀ ਬੜੀ ਹੁੰਦੀ ਹੈ। ਉਹਨਾਂ ਕੋਲੋਂ ਬੰਦਾ ਸਵਾਲ ਪੁੱਛਦੇ ਵੀ ਡਰਦਾ ਹੈ। ਤੇ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਅਗਰ ਤੁਸੀਂ ਕੱਚੇ ਪੱਕੇ ਸਬੂਤਾਂ ਤੇ ਕੋਈ ਬੰਦਾ ਫਾਹੇ ਲਾ ਦਿੱਤਾ ਤੇ ਤੁਹਾਨੂੰ ਇਹ ਹੁਕਮ ਕਿਹਨੇ ਦਿੱਤਾ ਸੀ ਕਿ ਵੀ ਇਹਨੂੰ ਫਾਹੇ ਲਾਓ। ਵੱਡੇ ਮਾਈ ਲਾਰਡਾਂ ਨੇ ਤੇ ਕੋਈ ਜਵਾਬ ਨਹੀਂ ਦਿੱਤਾ, ਲੇਕਿਨ ਸਾਡੇ ਇਸਲਾਮਾਬਾਦ ਹਾਈ ਕੋਰਟ ਦੇ 6 ਜੱਜਾਂ ਨੇ ਇੱਕ ਖਤ ਲਿਖ ਕੇ ਕਿਹਾ ਹੈ ਕਿ ਜਿਹੜੇ ਸਾਡੇ ਇੰਟੈਲੀਜੈਂਸ ਏਜੰਸੀਆਂ ਵਾਲੇ ਜਸੂਸ ਭਰਾ ਨੇ, ਇਹ ਆਪਣੀ ਮਰਜ਼ੀ ਦੇ ਫੈਸਲੇ ਲੈਣ ਲਈ ਸਾਡੇ ਨਾਲ ਬੜਾ ਧਰਾਓ ਕਰਦੇ ਨੇ। ਕਦੀ ਕਿਸੇ ਸਾਡੇ ਮਾਮੇ ਚਾਚੇ ਨੂੰ ਚੁੱਕ ਕੇ ਲੈ ਜਾਂਦੇ ਨੇ, ਉਹਨੂੰ ਕੁੱਟਦੇ ਨੇ, ਕਦੀ ਸਾਡੇ ਘਰਾਂ 'ਚ ਪਟਾਕੇ ਸੁੱਟਦੇ ਨੇ, ਤੇ ਕਦੀ ਸਾਡੇ ਬੈੱਡਰੂਮਾਂ 'ਚ ਵੜ ਕੇ ਕੈਮਰੇ ਲਾ ਕੇ ਸਾਡੇ ਤੇ ਜਸੂਸੀ ਕਰਦੇ ਨੇ। ਸਾਡੀ ਇਹਨਾਂ ਕੋਲੋਂ ਜਾਨ ਛੁਡਾਓ ਤੇ ਤਾਂ ਕਿ ਅਸੀਂ ਤੁਹਾਨੂੰ ਇਨਸਾਫ ਦੇ ਸਕੀਏ। ਹੁਣ ਗੱਲ ਇਹ ਬਣੀ ਵੀ ਜਿਨ੍ਹਾਂ ਕੋਲ ਸਾਡੀ ਜ਼ਿੰਦਗੀ ਮੌਤ ਦਾ ਇਖਤਿਆਰ ਹੈ, ਉਹ ਆਪ ਝੋਲੀ ਚੁੱਕ ਕੇ ਇਨਸਾਫ ਮੰਗਣ ਟੁਰ ਪਏ ਨੇ। ਤੇ ਉਹਨਾਂ ਨੂੰ ਪਹਿਲੇ ਤੇ ਇਨਸਾਫ ਉਸ ਤਰ੍ਹਾਂ ਦਾ ਹੀ ਮਿਲਿਆ ਜਿਹੜਾ ਬਾਕੀ ਮਹਾਤੜਾਂ ਨੂੰ ਮਿਲਦਾ ਹੈ। ਸਭ ਤੋਂ ਵੱਡੇ ਮਾਈ ਲਾਰਡ ਨੇ ਹਕੂਮਤ ਨਾਲ ਗੱਲ ਕੀਤੀ। ਹਕੂਮਤ ਨੇ ਇੱਕ ਰਿਟਾਇਰਡ ਬਜ਼ੁਰਗ ਜੱਜ ਦੀ ਡਿਊਟੀ ਲਾਤੀ ਕਿ ਵੀ ਤੁਸੀਂ ਇਹਨਾਂ ਦੀਆਂ ਸ਼ਿਕਾਇਤਾਂ ਸੁਣ ਲਓ। ਹੁਣ ਅਗਰ ਇਹ ਜ਼ਿੰਦਗੀ ਮੌਤ ਦੇ ਮਸਲੇ ਨਾ ਹੁੰਦੇ ਤੇ ਸਾਡਾ ਹਾਸਾ ਨਿਕਲ ਜਾਂਦਾ, ਕਿਉਂਕਿ ਜਦੋਂ ਵੀ ਹਕੂਮਤ ਕਿਸੇ ਮਸਲੇ ਤੇ ਕੋਈ ਕਮਿਸ਼ਨ ਬਣਾਉਂਦੀ ਹੈ ਤੇ ਲੋਕ ਅੱਗੋਂ ਇਹੀ ਆਂਦੇ ਨੇ ਬਈ ਇਹ ਤੇ ਨਾ ਕਰਨ ਵਾਲੀਆਂ ਗੱਲਾਂ ਹੋਈਆਂ। ਸਾਡੇ ਇੰਟੈਲੀਜੈਂਸ ਏਜੰਸੀ ਵਾਲੇ ਜਸੂਸ ਭਰਾਵਾਂ ਤੇ ਇਲਜ਼ਾਮ ਸੀ ਵੀ ਇਹ ਬਲੋਚ ਮੁੰਡੇ ਚੁੱਕ ਕੇ ਗਾਇਬ ਕਰ ਦਿੰਦੇ ਨੇ ਤੇ ਕਈ ਸਾਲ ਗਾਇਬ ਰੱਖਦੇ ਨੇ। ਚੁੱਕਦੇ ਹੋਰਾਂ ਨੂੰ ਵੀ ਸਨ, ਲੇਕਿਨ ਬਲੋਚ ਮੁੰਡੇ ਕੁਝ ਜ਼ਿਆਦਾ ਹੀ ਚੁੱਕੇ ਜਾ ਰਹੇ ਸਨ। ਸ਼ਿਕਾਇਤਾਂ ਆਈਆਂ ਕਿ ਹਕੂਮਤ ਨੇ ਇੱਕ ਮਿਸਿੰਗ ਪਰਸਨ ਕਮਿਸ਼ਨ ਬਣਾ ਛੱਡਿਆ। ਇਸ ਕਮਿਸ਼ਨ ਨੇ ਗਵਾਚੇ ਕੀ ਲੱਭਣੇ ਸਨ, ਹਜ਼ਾਰਾਂ ਹੋਰ ਮੁੰਡੇ ਗਾਇਬ ਹੋ ਗਏ। ਕਮਿਸ਼ਨ ਅਜੇ ਤੱਕ ਕਾਇਮ ਦਾਇਮ ਹੈ। ਤੁਹਾਨੂੰ ਯਾਦ ਹੋਏਗਾ ਕਿ ਇੱਕ ਹੁੰਦਾ ਸੀ ਉਸਾਮਾ ਬਿਨ ਲਾਦਨ। ਉਹ ਸ਼ਾਇਦ ਰਿਟਾਇਰ ਹੋ ਕੇ ਇੱਥੇ ਆਪਣੇ ਐਬਟਾਬਾਦ 'ਚ ਆਪਣੀਆਂ ਬੁੱਢੀਆਂ ਤੇ ਬੱਚਿਆਂ ਨਾਲ ਰਿਟਾਇਰਮੈਂਟ ਵਾਲੀ ਜ਼ਿੰਦਗੀ ਗੁਜ਼ਾਰ ਰਿਹਾ ਸੀ। ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਅਮਰੀਕੀ ਰਾਤ ਦੇ ਹਨੇਰੇ 'ਚ ਆਏ, ਚੁੱਕ ਕੇ ਲੈ ਗਏ, ਮਾਰ ਛੱਡਿਆ। ਸਾਡੀ ਕਾਫੀ ਬਿਸਤੀ ਹੋਈ। ਅਸੀਂ ਇੱਕ ਕਮਿਸ਼ਨ ਹੋਰ ਬਣਾ ਦਿੱਤਾ ਤੇ ਕਈ ਸਾਲ ਗੁਜ਼ਰ ਗਏ ਤੇ ਮੈਂ ਕਮਿਸ਼ਨ ਦੇ ਇੱਕ ਮੈਂਬਰ ਕੋਲੋਂ ਇੱਕ ਦਫਾ ਪੁੱਛਿਆ ਕਿ ਸਰ ਉਸਾਮਾ ਬਿਨ ਲਾਦਨ ਕਮਿਸ਼ਨ ਵਾਲੀ ਰਿਪੋਰਟ ਦਾ ਕੀ ਬਣਿਆ। ਉਹਨੇ ਕਿਹਾ, ਪੁੱਤਰਾ ਤੂੰ ਫਿਕਰ ਨਾ ਕਰ, ਆਵਰ ਉਸਾਮਾ ਕਮਿਸ਼ਨ ਰਿਪੋਰਟ ਇਜ਼ ਐਜ਼ ਸੀਕ੍ਰੇਟ ਐਂਡ ਐਜ਼ ਸਿਕਿਉਰ ਐਜ਼ ਆਰ ਨਿਊਕਲੀਅਰ ਐਸੈਟਸ। ਜਿਸ ਬਜ਼ੁਰਗ ਜੱਜ ਦੀ ਡਿਊਟੀ ਲੱਗੀ ਸੀ ਉਹਨੇ ਕਹਿਤਾ ਵੀ ਮੇਰੇ ਵੱਸ ਦਾ ਇਹ ਕੰਮ ਹੈ ਨਹੀਂ, ਤੇ ਹੁਣ ਸੁਪਰੀਮ ਕੋਰਟ ਨੇ 7 ਜੱਜਾਂ ਦੀ ਡਿਊਟੀ ਲਾਈ ਹੈ ਵੀ ਉਹ ਸਾਡੇ ਬਾਕੀ ਜੱਜਾਂ ਨੂੰ ਇਨਸਾਫ ਦੇਣਗੇ। ਹੁਣ ਗੱਲ ਇਹ ਹੈ ਕਿ ਵੀ ਜੱਜ ਵੀ ਇੱਥੇ ਦੇ ਨੇ ਤੇ ਉਹਨਾਂ ਦੀ ਜਸੂਸੀ ਕਰਨ ਵਾਲੇ ਵੀ ਇੱਥੇ ਦੀ ਜੰਪਲ ਨੇ। ਦੋਵੇਂ ਰਿਆਸਤ ਦੇ ਬੜੇ ਮਜ਼ਬੂਤ ਬਾਜ਼ੂ ਨੇ। ਜਸੂਸ ਭਰਾ ਵੀ ਆਪਣੀ ਡਿਊਟੀ ਕਰ ਰਹੇ ਨੇ। ਉਹ ਜਦੋਂ ਕਿਸੇ ਦੇ ਮਾਮੇ ਚਾਚੇ ਨੂੰ ਗਾਇਬ ਕਰਦੇ ਨੇ, ਕਿਸੇ ਦੇ ਘਰ ਪਟਾਕੇ ਸੁੱਟਦੇ ਨੇ ਜਾਂ ਕਿਸੇ ਦੇ ਬੈੱਡਰੂਮ ਵਿੱਚ ਕੈਮਰੇ ਲਾ ਕੇ ਉਹਦੇ ਟੋਟੇ ਬਣਾਉਂਦੇ ਨੇ, ਤੇ ਉਹਨਾਂ ਦਾ ਵੀ ਇਹੀ ਖਿਆਲ ਹੈ ਕਿ ਅਸੀਂ ਕੌਮ ਦੀ ਖਿਦਮਤ ਕਰ ਰਹੇ ਹਾਂ। ਇੱਕ ਰਿਟਾਇਰਡ ਜਨਰਲ ਸਾਹਿਬ ਹੁੰਦੇ ਸਨ, ਉਹਨਾਂ ਨੇ ਫਰਮਾਇਆ ਕਿ ਇੱਕ ਤੇ ਅਸੀਂ ਬੰਦੇ ਨਹੀਂ ਚੁੱਕਦੇ, ਤੇ ਅਗਰ ਚੁੱਕਦੇ ਹੋਵਾਂਗੇ ਤੇ ਉਹਦੀ ਕੋਈ ਨਾ ਕੋਈ ਤੇ ਵਜ੍ਹਾ ਹੁੰਦੀ ਹੋਏਗੀ, ਅਸੀਂ ਤੁਹਾਨੂੰ ਦੱਸ ਤੇ ਨਹੀਂ ਸਕਦੇ। क्या आपको लगता है कि हम अगवा बराए तवान करने वाले हैं? ਅਸੀਂ ਪਹਿਲੇ ਇਹ ਸਮਝਦੇ ਸਾਂ ਕਿ ਮੁਲਕ 'ਚ ਕੋਈ ਕੁਦਰਤ ਦਾ ਨਿਜ਼ਾਮ ਚੱਲ ਰਿਹਾ ਹੈ, ਲੇਕਿਨ ਹੁਣ ਸਮਝ ਆਈ ਹੈ ਕਿ ਇਹ ਨਿਜ਼ਾਮ ਜੱਜਾਂ ਦੇ ਬੈੱਡਰੂਮਾਂ ਵਿੱਚ ਕੈਮਰੇ ਲਾ ਕੇ ਤੇ ਉਹਨਾਂ ਦੇ ਟੋਟੇ ਬਣਾ ਕੇ ਚਲਾਇਆ ਜਾ ਰਿਹਾ ਹੈ। ਜੱਜ ਤੇ ਜਸੂਸ ਸਾਡੀਆਂ ਰਿਆਸਤ ਦੀਆਂ 2 ਬਾਹਾਂ ਨੇ। ਇਸ ਤਰ੍ਹਾਂ ਦੀਆਂ ਬਾਹਾਂ ਦੇ ਬਾਰੇ ਵਿੱਚ ਮੈਟ੍ਰਿਕ ਵਿੱਚ ਹੀ ਅੱਲਾ ਬਖਸ਼ੇ ਮਾਸਟਰ ਰਫੀਕ ਸਾਹਿਬ ਨੇ ਉਰਦੂ ਦਾ ਇੱਕ ਸ਼ੇਰ ਯਾਦ ਕਰਾਇਆ ਸੀ, ਜਿਹੜਾ ਹਰ ਤਕਰੀਰ ਤੋਂ ਪਹਿਲੇ ਅਸੀਂ ਪੜ੍ਹੀਦਾ ਸੀ। ਤੁਸੀਂ ਵੀ ਸੁਣ ਲਓ।
न खंजर उठेगा न तलवार इनसे, न खंजर उठेगा न तलवार इनसे, ये बाजू मेरे आजमाए हुए हैं। ਬਚਪਨ ਵਿੱਚ ਹੀ ਮਾਂ ਨੇ ਵੀ ਦੱਸਿਆ ਸੀ ਕਿ ਜਿਹੜੀਆਂ ਬਾਹਾਂ ਟੁੱਟ ਜਾਂਦੀਆਂ ਨੇ ਉਹ ਆਪਣੇ ਗਲੇ ਨੂੰ ਆਉਂਦੀਆਂ ਨੇ। ਤੇ ਉਸ ਤੋਂ ਪੰਜਾਬੀ ਦਾ ਇੱਕ ਪੁਰਾਣਾ ਗਾਣਾ ਵੀ ਯਾਦ ਆ ਗਿਆ। ਹੋ ਸਕਦਾ ਹੈ ਸਾਡੇ ਮਾਈ ਲਾਡਾ ਨੇ ਤੇ ਸਾਡੇ ਜਸੂਸ ਭਰਾਵਾਂ ਨੇ ਵੀ ਬਚਪਨ 'ਚ ਸੁਣਿਆ ਹੋਵੇ। ਉੱਠ ਵੇ ਮਨਾ ਤੈਨੂੰ ਨਾਚ ਨਚਾਵਾਂ, ਪੈਰਾਂ ਵਿੱਚ ਜ਼ੰਜੀਰਾਂ ਪਾ ਕੇ, ਹੱਥਾਂ ਨੂੰ ਹੱਥਕੜੀਆਂ ਲਾ ਕੇ, ਗਲ ਵਿੱਚ ਟੁੱਟੀਆਂ ਬਾਹਾਂ ਪਾ ਕੇ, ਉੱਠ ਵੇ ਮਨਾ ਤੈਨੂੰ ਨਾਚ ਨਚਾਵਾਂ। ਰੱਬ ਰਾਖਾ।